ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਸਰਦਾਰ ਗੁਰਬਚਨ ਸਿੰਘ ਹੋਏ ਆ ਤਹਿਸੀਲਦਾਰ। ਇਹ ਜਿਹੜੇ ਸਰਦਾਰ ਗੁਰਬਚਨ ਸਿੰਘ ਸੀਗੇ ਇੱਕ ਵਾਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਔਰ ਇਹਨਾਂ ਦਰਸ਼ਨਾਂ ਦੇ ਅੰਦਰ ਹੀ ਇਹਨਾਂ ਦੇ ਮਨ ਦੇ ਉੱਤੇ ਮਹਾਂਪੁਰਖਾਂ ਦੇ ਬਚਨਾਂ ਦਾ ਅਹਿਸਾਸ ਹੋਇਆ ਕਿ ਇਹ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਜੁਟ ਗਏ। ਜਦ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਤਤਪਰ ਹੋ ਕੇ ਆਪਣਾ ਆਪ ਸਮਰਪਣ ਕਰਕੇ ਬਾਬਾ ਜੀ ਦੀ ਸੇਵਾ ਕਰਨ ਲੱਗੇ ਤਾਂ ਇੱਕ ਦਿਨ ਮਹਾਂਪੁਰਖਾਂ ਨੇ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਕਿਹਾ, ਕਹਿੰਦੇ ਗੁਰਬਚਨ ਸਿੰਘ, ਅਗਰ ਇਸ ਤਰ੍ਹਾਂ ਸੇਵਾ ਕਰਨੀ ਹੈ ਜਿਸ ਤਰ੍ਹਾਂ ਤੂੰ ਸੇਵਾ ਕਰਨੀ ਆ ਤਾਂ ਫਿਰ ਭਾਈ ਤੈਨੂੰ ਨੌਕਰੀ ਤੋਂ ਤਿਆਗ ਪੱਤਰ ਦੇਣਾ ਪਊਗਾ। ਸੋ ਦੇਖੋ, ਮਹਾਂਪੁਰਖਾਂ ਦੇ ਕਹੇ ਦੇ ਉੱਤੇ ਸਰਦਾਰ ਗੁਰਬਚਨ ਸਿੰਘ ਨੇ ਤਹਿਸੀਲਦਾਰੀ ਅਹੁਦੇ ਨੂੰ ਤਿਆਗ ਦਿੱਤਾ ਸੀਗਾ ਅਤੇ ਆਪ ਸੇਵਾ ਦੇ ਵਿੱਚ ਹਾਜ਼ਰ ਹੋ ਗਏ। ਜਦ ਸੇਵਾ 'ਚ ਹਾਜ਼ਰ ਹੋ ਗਏ ਅਤੇ ਜਦ ਇਸ ਨੌਕਰੀ ਦੇ ਤਿਆਗ ਦਾ ਇਹਨਾਂ ਦੇ ਪਿਤਾ ਸਰਦਾਰ ਨੱਥਾ ਸਿੰਘ ਸੀਗੇ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਜਿਹੜੇ ਸੀਗੇ ਬੜੇ ਗੁੱਸੇ ਹੋਏ। ਉਹਨਾਂ ਦੇ ਅੰਦਰ ਇੰਨੀ ਨਾਰਾਜ਼ਗੀ ਆਈ ਕਿ ਉਹਨਾਂ ਨੇ ਗੁਰਬਚਨ ਸਿੰਘ ਨੂੰ ਪੂਰੀ ਤਰ੍ਹਾਂ ਤੰਗ ਕਰਨਾ ਸ਼ੁਰੂ ਕਰਤਾ। ਜਦ ਤੰਗ ਕਰਨਾ ਸ਼ੁਰੂ ਕੀਤਾ ਤਾਂ ਫਿਰ ਗੁਰਬਚਨ ਸਿੰਘ ਨੇ ਸਮਾਂ ਪਾ ਕੇ ਮਹਾਂਪੁਰਖਾਂ ਦੇ ਕੋਲ ਇਸ ਦੀ ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖ ਬਾਬਾ ਮਹਾ ਹਰਨਾਮ ਸੋਹਣੀ ਉਸ ਟਾਈਮ ਰੋਹ 'ਚ ਆਏ। ਰੋਹ ਵਿੱਚ ਆ ਕੇ ਧਰਤੀ ਦੇ ਉੱਤੇ ਜ਼ੋਰ ਦੀ ਉਹਨੇ ਆਪਣਾ ਜਿਹੜਾ ਹੱਥ ਮਾਰਿਆ, ਹੱਥ ਮਾਰ ਕੇ ਕੁਛ ਵੀਰ ਰਸ ਦੇ ਬਚਨ ਬੋਲ ਦਿੱਤੇ। ਜਦ ਬਚਨ ਬੋਲੇ ਤਾਂ ਜਿਨ੍ਹਾਂ ਨੂੰ ਸੁਣਦੇ ਸਾਰੀ ਤਹਿਸੀਲਦਾਰ ਗੁਰਬਚਨ ਸਿੰਘ ਪੂਰੀ ਤਰ੍ਹਾਂ ਕੰਬ ਗਿਆ ਅਤੇ ਕਹਿਣ ਲੱਗਾ, ਮਹਾਂਪੁਰਖੋ, ਇਹ ਬਚਨ ਤੁਸੀਂ ਜੋ ਕਹੇ ਵਾਪਸ ਲੈ ਲਓ, ਕਿਉਂਕਿ ਨੱਥਾ ਸਿੰਘ ਮੇਰੇ ਪਿਤਾ ਜੀ ਆ। ਜਦ ਉਹਨੇ ਵਾਰ-ਵਾਰ ਬੇਨਤੀਆਂ ਕੀਤੀਆਂ ਅਤੇ ਫਿਰ ਮਹਾਂਪੁਰਖਾਂ ਨੇ ਕਿਹਾ, ਚੱਲ ਠੀਕ ਆ, ਤੂੰ ਦੱਸ ਕੀ ਚਾਹੁੰਦਾ ਹੈਗਾ। ਤਾਂ ਫਿਰ ਗੁਰਬਚਨ ਸਿੰਘ ਨੇ ਕਿਹਾ ਸੀਗਾ ਕਿ ਮਹਾਂਪੁਰਖੋ, ਮੇਰੀ ਨੌਕਰੀ ਛੱਡਣ ਦੇ ਕਾਰਨ ਮੇਰੇ ਪਿਤਾ ਜੀ ਦੀ ਜਿਹੜੀ ਇਨਕਮ ਹੈਗੀ ਜਾਂ ਉਹਨਾਂ ਦੇ ਘਰ ਦਾ ਗੁਜ਼ਾਰਾ ਹੈਗਾ ਉਹ ਹੁਣ ਜ਼ਿਆਦਾ ਔਖਾ ਹੋ ਗਿਆ ਲੱਗਦਾ ਉਹਨਾਂ ਨੂੰ। ਇਸ ਕਰਕੇ ਤੁਸੀਂ ਹੁਣ ਕੁਛ ਦੱਸੋ ਕਿ ਹੁਣ ਮੈਂ ਕੀ ਕਰਾਂ, ਮੈਨੂੰ ਕੀ ਹੁਕਮ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ, ਚੱਲ ਤੂੰ ਇਸ ਤਰ੍ਹਾਂ ਕਰ, ਪਟਿਆਲੇ ਮਹਾਰਾਜੇ ਪਾਸ ਚਲੇ ਜਾ ਅਤੇ ਉਹਨਾਂ ਨੂੰ ਸਾਡਾ ਸੁਨੇਹਾ ਦੇ ਦੇ। ਦੇਖੋ ਜੀ, ਗੁਰਬਚਨ ਸਿੰਘ ਮਹਾਰਾਜਾ ਪਟਿਆਲੇ ਪਾਸ ਚਲਾ ਗਿਆ ਅਤੇ ਉੱਥੇ ਜਾ ਕੇ ਮਹਾਰਾਜੇ ਨੂੰ ਸਾਰੀ ਜੋ ਹਕੀਕਤ ਸੀਗੀ ਜਾ ਕੇ ਦੱਸ ਦਿੱਤੀ। ਜਦ ਦੱਸੀ ਤਾਂ ਫਿਰ ਮਹਾਰਾਜੇ ਨੇ ਇਹਨਾਂ ਦੇ ਪਿਤਾ ਨੱਥਾ ਸਿੰਘ ਨੂੰ ਪਟਿਆਲੇ ਬੁਲਾਇਆ ਸੀ। ਉਹਨਾਂ ਟਾਈਮਾਂ 'ਚ ਜਦ ਪਟਿਆਲੇ ਬਣਾਇਆ ਸੀ ਅਤੇ ਫਿਰ ਪਟਿਆਲੇ ਬੁਲਾ ਕੇ ਇਹਨਾਂ ਦੇ ਪਿਤਾ ਜੀ ਨੂੰ ਜੋ ਘਰ ਦੇ ਗੁਜ਼ਾਰੇ ਵਾਸਤੇ 400 ਰੁਪਈਆ ਜਿਹੜਾ ਸੀਗਾ ਉਹ ਦੇਣ ਦਾ ਇਕਰਾਰ ਕਰ ਦਿੱਤਾ ਸੀ। ਸੋ ਉਸ ਤੋਂ ਬਾਅਦ 400 ਰੁਪਈਆ ਇਹਨਾਂ ਦੇ ਮਾਤਾ ਪਿਤਾ ਨੂੰ ਜਿਹੜਾ ਸੀਗਾ ਉਹ ਰਾਜੇ ਪਟਿਆਲੇ ਵੱਲੋਂ ਮਿਲਦਾ ਰਿਹਾ, ਜਿਸ ਕਰਕੇ ਘਰ ਦੀ ਜਿਹੜੀ ਤੰਗੀ ਸੀਗੀ ਉਹ ਤਾਂ ਕੁਛ ਦੂਰ ਹੋਈ ਆ, ਪਰ ਉਹ ਜਿਹੜਾ ਖੁੱਲ੍ਹਾ ਪੈਸਾ ਤਹਿਸੀਲਦਾਰੀ ਦਾ ਆਉਂਦਾ ਸੀਗਾ ਉਸ ਤੋਂ ਇਹਨਾਂ ਦੇ ਪਿਤਾ ਜਿਹੜੇ ਸੀਗੇ ਅੰਦਰੋਂ ਅੰਦਰੀ ਨਾ ਖੁਸ਼ ਰਹੇ ਆ। ਸੋ ਇਸ ਤਰ੍ਹਾਂ ਮਹਾਂਪੁਰਖ ਜਦੋਂ ਵੀ ਕਿਤੇ ਇਸ਼ਨਾਨ ਕਰਦੇ ਹੁੰਦੇ ਸੀ, ਇਸ਼ਨਾਨ ਕਰਦਿਆਂ ਜਦ ਕਈ ਘੰਟੇ ਜਦੋਂ ਆਪਣੀ ਮੌਜ 'ਚ ਆ ਜਾਂਦੇ ਸੀ ਤਾਂ ਕਈ ਵਾਰੀ ਕਈ ਬਚਨ ਵੀ ਕਰ ਦਿੰਦੇ ਸੀ। ਸੋ ਜਦੋਂ ਇਹ ਬਚਨ ਕਰਦੇ ਹੁੰਦੇ ਉਸ ਟਾਈਮ ਉਹਨਾਂ ਦੇ ਕਹੇ ਹੋਏ ਬਚਨ ਜਿਹੜੇ ਭਵਿੱਖ ਦੇ ਉਹ ਸੱਤ ਹੋ ਜਾਂਦੇ ਸੀ। ਇੱਕ ਵਾਰ ਕੀ ਹੋਇਆ ਸੀ ਕਿ ਇੱਕ ਵਾਰ ਅੰਮ੍ਰਿਤ ਵੇਲੇ ਜਦੋਂ ਮਹਾਂਪੁਰਖ ਇਸ਼ਨਾਨ ਕਰ ਰਹੇ ਸੀ ਤਾਂ ਨੀਲਾ ਸਿੰਘ ਜਿਹੜੇ ਸੀ ਉਹ ਇਹਨਾਂ ਨੂੰ ਇਸ਼ਨਾਨ ਕਰਾ ਰਹੇ ਸੀ ਅਤੇ ਸੰਗਤਾਂ ਜਿਹੜੀਆਂ ਸੀ ਉਹ ਜਲ ਭਰ ਰਹੀਆਂ ਸੀਗੀਆਂ। ਅਤੇ ਇਸ਼ਨਾਨ ਕਰਦਿਆਂ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿੰਦੇ ਭਾਈ ਗੰਗਾ ਦੀ ਨਦੀ ਦੇ ਵਿੱਚ ਹੜ੍ਹ ਆ ਗਿਆ ਹੈ ਅਤੇ ਬਹੁਤ ਸਾਰੇ ਜਿਹੜੇ ਸਾਧੂ ਸੰਤ ਸਵੇਰੇ ਇਸ਼ਨਾਨ ਕਰਦੇ ਉਹ ਰੁੜ੍ਹਦੇ ਜਾ ਰਹੇ ਆ, ਪਰ ਉਹਨਾਂ ਨੂੰ ਉੱਥੇ ਬਚਾਉਣ ਵਾਲਾ ਕੋਈ ਨਹੀਂ ਆ। ਜਦ ਇਹ ਬਚਨ ਕੀਤਾ ਸੀ ਮਹਾਂਪੁਰਖਾਂ ਨੇ, ਉਸ ਤੋਂ ਬਾਅਦ ਫਿਰ ਸਾਰਿਆਂ ਨੇ ਜਿਹੜਾ ਸੀਗਾ ਉਹ ਸੁਣਿਆ ਕਿ ਵਾਕਿਆ ਗੰਗਾ ਨਦੀ ਦੇ ਵਿੱਚ ਹੜ੍ਹ ਆਇਆ ਸੀ ਅਤੇ ਬਹੁਤ ਸਾਰੇ ਜਿਹੜੇ ਸਾਧੂ ਸੰਤ ਸਮੇਤ ਜਿਹੜੇ ਲੋਕ ਉੱਥੇ ਇਸ਼ਨਾਨ ਕਰਦੇ ਸੀ ਉਹ ਪਾਣੀ ਵਿੱਚ ਹੀ ਰੁੜ ਗਏ ਸੀਗੇ। ਸੋ ਇਸ ਤਰ੍ਹਾਂ ਮਹਾਂਪੁਰਖ ਜਿਹੜੇ ਸੀ ਕਈ ਵਾਰੀ ਇਸ ਤਰ੍ਹਾਂ ਦੇ ਭਵਿੱਖ ਦੇ ਬਚਨ ਵੀ ਕਰ ਜਾਂਦੇ ਸੀ। ਇੱਕ ਵਾਰ ਦੱਸਦੇ, ਇੱਕ ਵਾਰੀ ਮਾਤਾ ਸਾਹਿਬ ਕੌਰ ਨਾਂ ਦੀ ਇੱਕ ਬੀਬੀ ਸੀਗੀ, ਇਹ ਢੇਪਾਲੀ ਨਗਰ ਦੀ ਰਹਿਣ ਵਾਲੀ ਸੀ। ਇਹਦੇ 4 ਲੜਕੀਆਂ ਸੀ। ਸੋ ਜਿਹੜੀਆਂ 4 ਲੜਕੀਆਂ ਸੀਗੀਆਂ ਉਹ ਵਿਆਹੀਆਂ ਹੋਈਆਂ ਸੀ ਅਤੇ ਇਹਨਾਂ ਦੇ ਵਿੱਚੋਂ 3 ਲੜਕੀਆਂ ਦੇ ਔਲਾਦ ਸੀ। ਇੱਕ ਲੜਕੀ ਜਿਹਦਾ ਨਾਂ ਹਰਕੌਰ ਸੀ ਉਸ ਦੇ ਵਿਆਹ ਨੂੰ 7 ਸਾਲ ਹੋਏ ਸੀ, ਪਰ ਉਹਦੇ ਸੰਤਾਨ ਕੋਈ ਨਹੀਂ ਸੀ। ਸੋ ਇਹ ਬੀਬੀ ਸਾਹਿਬ ਕੌਰ ਜਿਹੜੀ ਸੀ ਆਪਣੀ ਬੱਚੀ ਨੂੰ ਲੈ ਕੇ ਮਹਾਂਪੁਰਖਾਂ ਦੇ ਪਾਸ ਆਈ। ਜਦ ਬਾਬਾ ਜੀ ਦੇ ਪਾਸ ਆਏ, ਇੱਥੇ ਆ ਕੇ ਇਹਨੇ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਇਹਨੇ ਆਪਣੀ ਸਾਰੀ ਜਿਹੜੀ ਸੀ ਉਹ ਗੱਲਬਾਤ ਮਹਾਂਪੁਰਖਾਂ ਨਾਲ ਸਾਂਝੀ ਕੀਤੀ। ਜਦ ਸਾਂਝੀ ਕੀਤੀ ਤਾਂ ਬਾਬਾ ਜੀ ਇਹਦੀ ਲੜਕੀ ਹਰਕੌਰ ਨੂੰ ਕਹਿਣ ਲੱਗੇ, ਕਹਿੰਦੇ ਬੀਬਾ ਤੂੰ ਮੈਨੂੰ ਇਹ ਦੱਸ ਕਿ ਸਵੇਰੇ ਉੱਠ ਕੇ ਰੱਬ ਕਰਦੀ ਹੁੰਦੀ ਆ। ਜਦ ਇੰਨੀ ਗੱਲ ਹੋਈ ਤਾਂ ਇਸ ਲੜਕੀ ਨੇ ਕੋਈ ਵੀ ਜਿਹੜਾ ਸੀ ਉਹ ਮਹਾਂਪੁਰਖਾਂ ਦੇ ਅੱਗੇ ਜਵਾਬ ਨਹੀਂ ਦਿੱਤਾ।
ਫਿਰ ਮਹਾਂਪੁਰਖਾਂ ਨੇ ਇਹਨੂੰ ਸਮਝਾਇਆ, ਕਹਿੰਦੇ ਭਾਈ ਜਦ ਤੱਕ ਤੂੰ ਰੱਬ ਰੱਬ ਨਹੀਂ ਕਰੂੰਗੀ, ਨਾਮ ਨਹੀਂ ਜਪੂੰਗੀ, ਤੇ ਨਾਮ ਤੋਂ ਬਿਨਾਂ ਝੋਲੀ ਨਹੀਂ ਭਰਦੀ। ਇਸ ਕਰਕੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਨਾਮ ਜਪਣਾ ਪੈਣਾ ਹੈਗਾ। ਤੇ ਜੇ ਤੂੰ ਨਾਮ ਜਪੂੰਗੀ ਤੇਰੇ ਉੱਤੇ ਐਸੀ ਕਿਰਪਾ ਹੋਊਗੀ ਕਿ ਸਮਾਂ ਆਊਗਾ ਜਦੋਂ ਤੇਰੀ ਤੌੜੀ ਦੇ ਵਿੱਚ ਰੋਜ਼ਾਨਾ 1.25 ਕਿਲੋ ਲੂਣ ਰੋਜ਼ ਘਰ ਦੇ ਵਿੱਚ ਵਰਤਿਆ ਕਰੇਗਾ। ਜਦ ਇਹ ਬਚਨ ਬਾਬਾ ਜੀ ਨੇ ਕੀਤੇ ਸੀ, ਫਿਰ ਬੀਬੀ ਸਾਹਿਬ ਕੌਰ ਦੀ ਲੜਕੀ ਹਰਕੌਰ ਜਿਹੜੀ ਸੀ, ਇਹ ਮਨੋਂ ਬੜੀ ਖੁਸ਼ ਹੋ ਗਈ ਸੀ। ਦੱਸਦੇ ਆ ਫਿਰ ਇਹਨੇ ਨਾਮ ਜਪਣਾ ਸ਼ੁਰੂ ਕੀਤਾ। ਜਦ ਫਿਰ ਇਹਨੇ ਨਾਮ ਜਪਣਾ ਸ਼ੁਰੂ ਕੀਤਾ, ਨਾਮ ਜਪਣ ਤੋਂ ਬਾਅਦ ਸਾਲ ਤੋਂ ਬਾਅਦ ਇਹਦੇ ਇੱਕ ਪੁੱਤਰ ਹੋਇਆ ਜਿਹਦਾ ਨਾਂ ਰੱਖਿਆ ਸੀ ਜਗਰ ਸਿੰਘ। ਸੋ ਜਗਰ ਸਿੰਘ ਤੋਂ ਬਾਅਦ ਫਿਰ ਇਹਦੇ ਜਿਹੜੀ ਸੀ ਜਦ ਸੰਤਾਨ ਹੋਣੀ, ਹੋਰ ਵੀ ਘਰ ਦੇ ਵਿੱਚ ਰੌਣਕਾਂ ਲੱਗੀਆਂ। ਤੇ ਉਸ ਤੋਂ ਬਾਅਦ ਇੱਕ ਦਿਨ ਇਹਦੀ ਇੱਕ ਸਹੇਲੀ ਸੀ ਹਰਕੌਰ ਦੀ, ਉਸ ਬੀਬੀ ਦੀ ਵੀ ਸੰਤਾਨ ਨਹੀਂ ਸੀ। ਫਿਰ ਇਹ ਜਿਹੜੀ ਬੀਬੀ ਹਰਕੌਰ ਸੀਗੀ, ਇਹਨੇ ਉਸ ਸਹੇਲੀ ਨੂੰ ਦੱਸਿਆ ਸੀਗਾ ਕਿ ਮੇਰੇ ਘਰ ਬਾਬਾ ਮਹਾਰ ਨਾਮ ਸੁਣਨ ਦੀ ਕਿਰਪਾ ਦੇ ਨਾਲ ਸੰਤਾਨ ਹੋਈ ਹੈ, ਤੂੰ ਵੀ ਮੇਰੇ ਪਾਸ ਚਲੀ ਜਾ। ਜਦ ਇਹ ਦੋਨੇ ਜਣੀਆਂ ਇਕੱਠੀਆਂ ਹੋ ਕੇ ਇੱਥੇ ਭੁੱਚੋ ਟਿੱਲੇ ਉੱਪਰ ਮਹਾਂਪੁਰਖਾਂ ਦੇ ਪਾਸ ਆਈਆਂ ਸੀ, ਤੇ ਇਸੇ ਹੀ ਬੱਚੀ ਨੇ ਫਿਰ ਮਹਾਂਪੁਰਖਾਂ ਦੇ ਚਰਨਾਂ 'ਚ ਦੁਬਾਰਾ ਫਿਰ ਆਪਣੀ ਸਹੇਲੀ ਵਾਸਤੇ ਸੰਤਾਨ ਦੀ ਪ੍ਰਾਪਤੀ ਵਾਸਤੇ ਬੇਨਤੀ ਕੀਤੀ। ਜਦ ਬੇਨਤੀ ਕੀਤੀ ਫਿਰ ਬਾਬਾ ਜੀ ਨੇ ਉਹੀ ਗੱਲ ਕਹੀ, ਕਹਿੰਦੇ ਭਾਈ ਵੀ ਦੇਖੋ ਨਾਮ ਤੇ ਸੇਵਾ ਇਹ ਦੋ ਚੀਜ਼ਾਂ ਕਰਨੀਆਂ ਪੈਣੀਆਂ, ਨਾਮ ਜਪਣਾ ਪੈਣਾ, ਸੇਵਾ ਕਰਨੀ ਪੈਣੀ ਆ, ਤੇ ਫਿਰ ਹੀ ਤੁਹਾਡੀ ਝੋਲੀ ਭਰੂਗੀ। ਜਦ ਇੰਨੀ ਗੱਲ ਹੋਈ ਤੇ ਇਹਦੀ ਜਿਹੜੀ ਸਹੇਲੀ ਸੀਗੀ ਉਹ ਬਾਬਾ ਜੀ ਨੂੰ ਕਹਿਣ ਲੱਗੀ ਕਿ ਮਹਾਂਪੁਰਖੋ ਮੈਂ ਕਦੇ ਨਾਮ ਨਹੀਂ ਜਪਿਆ ਤੇ ਸੇਵਾ ਮੇਰੇ ਤੋਂ ਹੋਣੀ ਨਹੀਂ ਹੈ, ਕਿਉਂਕਿ ਸਵੇਰੇ ਮੇਰੇ ਤੋਂ ਉੱਠ ਨਹੀਂ ਹੁੰਦਾ ਹੈਗਾ। ਜਦੋਂ ਇਸ ਤਰ੍ਹਾਂ ਉਹਨੇ ਬਹਾਨੇ ਜਿਹੜੇ ਸੀ ਕਰਨੇ ਸ਼ੁਰੂ ਕੀਤੇ ਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸਾਨੂੰ ਇਹ ਦੱਸ ਜਿਹੜੇ ਲੜਕੇ ਆ ਜਾਂ ਸੰਤਾਨ ਆ, ਕੋਈ ਬੇਰੀਆਂ ਦੇ ਬੇਰ ਤਾਂ ਨਹੀਂ ਗੇ ਕਿ ਜਿਹੜੇ ਤੋੜ ਕੇ ਤੁਸੀਂ ਆਪਣੀ ਝੋਲੀ ਭਰ ਲੈਣੀ ਆ। ਭਾਈ ਇਹਦੇ ਵਾਸਤੇ ਤਾਂ ਮੁਸ਼ੱਕਤ ਘਾਲ ਕਰਨੀ ਪੈਂਦੀ ਆ, ਤੇ ਜਿਹੜੇ ਇਨਸਾਨ ਸੇਵਾ ਸਿਮਰਨ ਸੇਵਾ ਨਹੀਂ ਕਰਦੇ ਉਹਨਾਂ ਦੀ ਝੋਲੀ ਕਿਵੇਂ ਭਰ ਜਾਊਗੀ। ਜਦ ਮਹਾਂਪੁਰਖਾਂ ਨੇ ਇਸ ਪ੍ਰਕਾਰ ਦੇ ਬਚਨ ਕੀਤੇ ਸੀ, ਪਰ ਇਹ ਬੀਬੀ ਚੁੱਪ ਕਰਕੇ ਬਚਨ ਸੁਣਦੀ ਰਹੀ ਆ। ਪਰ ਉਸ ਤੋਂ ਬਾਅਦ ਫਿਰ ਜਦ ਇਹ ਮੱਥਾ ਟੇਕ ਕੇ ਚਲੇ ਗਏ, ਉਸ ਤੋਂ ਬਾਅਦ ਇਹ ਤੋਂ ਮਹਾਂਪੁਰਖਾਂ ਦੇ ਬਚਨ ਕਮਾ ਨਹੀਂ ਹੋਏ, ਤੇ ਜਿਸ ਕਰਕੇ ਇਹ ਸੰਤਾਨ ਤੋਂ ਵਾਝੀ ਰਹਿ ਗਈ ਸੀਗੀ। ਸੋ ਇੱਕ ਵਾਰ ਦੱਸਦੇ ਆ ਕਿ ਇੱਕ ਵਾਰ ਜਦੋਂ ਮੀਂਹ ਕਣੀ ਦਾ ਮੌਸਮ ਸੀ, ਬਾਰਿਸ਼ ਬੜੀ ਪਈ। ਜਦ ਬਾਰਿਸ਼ ਬੜੀ ਪਈ ਤਾਂ ਉਸ ਬਾਰਿਸ਼ ਦੇ ਵਿੱਚ ਇੱਕ ਇਕਾਂਤ ਜਗ੍ਹਾ 'ਤੇ ਮਹਾਂਪੁਰਖ ਬਾਬਾ ਮਹਾਰ ਨਾਮ ਸੁਣੀ ਆਪਣੀ ਸਮਾਧੀ ਲਾ ਕੇ ਬੈਠੇ ਸੀ। ਜਦ ਸਮਾਧੀ ਲਾ ਕੇ ਬੈਠੇ ਸੀ ਤੇ ਉਸ ਟਾਈਮ ਠੰਡ ਬੜੀ ਸੀਗੀ, ਤੇ ਉੱਥੇ ਇੱਕ ਸੱਜਣ ਸੁੱਚਾ ਸਿੰਘ ਹੋਏ ਆ। ਇਹ ਜਿਹੜੇ ਸੁੱਚਾ ਸਿੰਘ ਸੀਗੇ, ਇਹਨਾਂ ਦੀ ਨਜ਼ਰ ਮਹਾਂਪੁਰਖਾਂ ਦੇ ਉੱਤੇ ਪੈ ਗਈ। ਜਦ ਪੈ ਗਈ ਤਾਂ ਮਨ ਦੇ ਵਿੱਚ ਸੋਚਿਆ ਵੀ ਇੰਨੀ ਠੰਡ ਆ, ਉੱਤੋਂ ਬਾਰਿਸ਼ ਵੀ ਪੈ ਰਹੀ ਆ, ਤੇ ਬਾਬਾ ਮਹਾਰ ਨਾਮ ਸੁਣੀ ਇਸ ਇਕਾਂਤ ਬੀਆਂਵਾਲ ਦੇ ਵਿੱਚ ਸਮਾਧੀ 'ਚ ਬੈਠੇ ਹੋਏ ਆ। ਤੇ ਜਨ ਉਹਨੇ ਨਜ਼ਰ ਮਰਜ ਕੀ ਦੇਖਿਆ, ਮਹਾਂਪੁਰਖਾਂ ਦੇ ਤਨ ਦੇ ਉੱਤੇ ਬੜਾ ਪਤਲਾ ਜਿਹਾ ਕੱਪੜਾ ਸੀ। ਫਿਰ ਸੁੱਚਾ ਸਿੰਘ ਦੇ ਮਨ ਦੇ ਵਿੱਚ ਬੜਾ ਇਹ ਖਿਆਲ ਆਇਆ ਕਿ ਦੇਖੋ ਮੇਰੇ ਉੱਪਰ ਖੇਸ ਆ, ਖੇਸ ਐਡਾ ਭਾਰਾ ਹੋਣ ਦੇ ਬਾਵਜੂਦ ਹੀ ਮੈਨੂੰ ਠੰਡ ਲੱਗਦੀ ਆ, ਤੇ ਮਹਾਂਪੁਰਖਾਂ ਦੇ ਤਨ ਦੇ ਉੱਤੇ ਪਤਲਾ ਜਿਹਾ ਕੱਪੜਾ ਹੈ, ਤੇ ਇਹਨਾਂ ਨੂੰ ਕਿੰਨੀ ਠੰਡ ਲੱਗਦੀ ਹੋਊਗੀ। ਇਹ ਸੋਚ ਕੇ ਸੁੱਚਾ ਸਿੰਘ ਦੇ ਮਨ ਦੇ ਵਿੱਚ ਇੱਕ ਪ੍ਰੇਮ ਦਾ ਤੂਫਾਨ ਉੱਭਰਿਆ। ਇਹ ਸੁੱਚਾ ਸਿੰਘ ਜਿਹੜਾ ਦੌੜ ਕੇ ਘਰ ਗਿਆ, ਘਰ ਜਾ ਕੇ ਆਪਣੀ ਜਿਹੜੀ ਮਾਤਾ ਬੇਬੀ ਸੀ ਉਹਨੂੰ ਕਹਿਣ ਲੱਗਾ ਕਿ ਮਾਤਾ ਜੀ ਆਪਣੇ ਸੰਦੂਕ ਦੇ ਵਿੱਚ ਇੱਕ ਪੁਰਾਣੀ ਲੋਈ ਪਈ ਆ ਜਿਹੜੀ ਬੀਕਾਨੇਰ ਤੋਂ ਤੁਸੀਂ ਲਿਆਂਦੀ ਸੀ, ਉਹ ਲੋਈ ਮੈਨੂੰ ਕੱਢ ਕੇ ਦਿਓ। ਤੇ ਇਹਨਾਂ ਦੀ ਮਾਤਾ ਨੇ ਪੁੱਛਿਆ ਸੀ ਕਿ ਬੇਟਾ ਉਹ ਲੋਈ ਕੀ ਕਰਨੀ ਆ। ਤੇ ਫੇਰ ਸੁੱਚਾ ਸਿੰਘ ਨੇ ਸਾਰੀ ਗੱਲਬਾਤ ਦੱਸੀ ਆ ਕਿ ਇੱਕ ਅਜਾੜ ਬੀਆਬਾਨ ਦੇ ਵਿੱਚ ਬਾਬਾ ਜੀ ਬੈਠੇ ਆ, ਠੰਡ ਬਹੁਤ ਆ, ਮੇਰੇ ਪਾਸ ਮੋਟਾ ਖੇਸ ਆ, ਪਰ ਉਹ ਠੰਡ ਦੇ ਵਿੱਚ ਬੈਠੇ ਹੋਏ ਆ, ਉੱਤੋਂ ਮੀਂਹ ਪੈ ਰਿਹਾ, ਉਹਨਾਂ ਨੂੰ ਕਿੰਨੀ ਠੰਡ ਲੱਗਦੀ ਹੋਊਗੀ। ਜਦ ਇਸ ਪ੍ਰਕਾਰ ਦੇ ਬਚਨ ਸੁੱਚਾ ਸਿੰਘ ਨੇ ਆਪਣੀ ਮਾਤਾ ਜੀ ਨਾਲ ਕੀਤੇ ਸੀ, ਤੇ ਇਹਨਾਂ ਦੀ ਮਾਤਾ ਜੀ ਜਿਹੜੀ ਸੀ ਉਹ ਕਹਿਣ ਲੱਗੇ ਭਾਈ ਇਹ ਤੋਂ ਹੁਣ ਵੱਡੀ ਸੇਵਾ ਕੀ ਹੋ ਸਕਦੀ ਆ। ਉਸੇ ਟਾਈਮ ਸੁੱਚਾ ਸਿੰਘ ਦੀ ਮਾਤਾ ਨੇ ਸੰਦੂਕ ਦੇ ਵਿੱਚੋਂ ਬੀਕਾਨੇਰ ਦੀ ਲੋਈ ਕੱਢੀ ਸੀ। ਲੋਈ ਕੱਢ ਕੇ ਆਪਣੇ ਪੁੱਤਰ ਸੁੱਚਾ ਸਿੰਘ ਨੂੰ ਦਿੱਤੀ, ਤੇ ਸੁੱਚਾ ਸਿੰਘ ਜਦ ਲੋਈ ਲੈ ਕੇ ਨੱਠਾ ਮਹਾਂਪੁਰਖਾਂ ਦੇ ਕੋਲ ਗਿਆ, ਤੇ ਜਦ ਨੂੰ ਕੀ ਦੇਖਿਆ ਕਿ ਮਹਾਂਪੁਰਖਾਂ ਤਾਂ ਬੰਦਗੀ ਦੇ ਵਿੱਚ ਬੈਠੇ ਹੋਏ ਆ, ਉਹਨਾਂ ਨੂੰ ਕੋਈ ਧਿਆਨ ਨਹੀਂ ਆ। ਪਰ ਜਿਉਂ ਹੀ ਸੁੱਚਾ ਸਿੰਘ ਕਰੀਬ ਆਇਆ ਬਾਬਾ ਮਹਾਰ ਨਾਮ ਸੁਣਾ ਦੇ, ਤਾਂ ਕੀ ਦੇਖਿਆ ਕਿ ਆਲੇ ਦੁਆਲੇ ਸਾਰੇ ਜਲ ਥਲ ਹੋਇਆ ਸੀ। ਜਿੱਥੇ ਬਾਬਾ ਜੀ ਬੈਠ ਕੇ ਬੰਦਗੀ ਕਰਦੇ ਸੀ ਉਹ ਜਗ੍ਹਾ ਬਿਲਕੁਲ ਸੁੱਕੀ ਸੀਗੀ। ਇਹ ਜਿਹੜਾ ਅਚਰਜ ਨਜ਼ਾਰਾ ਸੀਗਾ ਦੇਖ ਕੇ ਸੁੱਚਾ ਸਿੰਘ ਜਿਹੜਾ ਸੀ ਦੰਗ ਰਹਿ ਗਿਆ ਸੀ। ਪਰ ਫਿਰ ਵੀ ਇਹਨੇ ਪ੍ਰੇਮ ਦੇ ਵਿੱਚ ਭਿੱਜ ਕੇ ਉਹ ਜਿਹੜੀ ਲੋਈ ਬੀਕਾਨੇਰ ਦੀ ਘਰੋਂ ਲਿਆਂਦੀ ਸੀ, ਉਹ ਲੋਈ ਬੰਦਗੀ ਦੇ ਵਿੱਚ ਮਹਾਂਪੁਰਖਾਂ ਦੇ ਮਸਤੀ ਦੇ ਵਿੱਚ ਇਹਨਾਂ ਦੇ ਉੱਪਰ ਦੇ ਦਿੱਤੀ। ਜਦ ਉੱਪਰ ਦੇ ਦਿੱਤੀ ਉਸ ਤੋਂ ਬਾਅਦ ਫਿਰ ਸੁੱਚਾ ਸਿੰਘ ਜਿਹੜੇ ਸੀ ਉਹ ਚਲੇ ਗਏ। ਮਹਾਂਪੁਰਖ ਜਿਹੜੇ ਸੀ ਬਹੁਤ ਟਾਈਮ ਇਸ ਤਰ੍ਹਾਂ ਹੀ ਭਜਨ ਸਮਾਧੀ ਦੇ ਵਿੱਚ ਬੈਠੇ ਰਹੇ। ਪਰ ਅਖੀਰ ਜਦ ਮਹਾਂਪੁਰਖਾਂ ਨੇ ਜਿਹੜੀ ਸੀ ਸਮਾਧੀ ਖੋਲ੍ਹੀ, ਉਸ ਤੋਂ ਬਾਅਦ ਜਦ ਆਪਣੇ ਉੱਤੇ ਉਹ ਲੋਈ ਦੇਖੀ ਸੀ, ਤੇ ਬਾਬਾ ਜੀ ਲੋਈ ਦੇਖ ਕੇ ਮੁਸਕਰਾ ਪਏ ਸੀ। ਉਸ ਤੋਂ ਬਾਅਦ ਜਦੋਂ ਮਹਾਂਪੁਰਖ ਵਾਪਸ ਟਿੱਲੇ 'ਤੇ ਆਏ ਆ, ਫਿਰ ਸੰਗਤ ਨੇ ਤੇ ਸੇਵਾਦਾਰ ਨੇ ਪੁੱਛਿਆ ਬਾਬਾ ਜੀ ਆ ਇੰਨੀ ਸੋਹਣੀ ਲੋਈ ਤੁਸੀਂ ਕਿੱਥੋਂ ਲਈ ਆ। ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਸੁੱਚਾ ਸਿੰਘ ਦੀ ਨਿਸ਼ਾਨੀ ਆ,
ਇਹ ਨਿਸ਼ਾਨੀ ਅਸੀਂ ਸਾਂਭ ਕੇ ਰੱਖਦੇ ਹਾਂ। ਭਾਵ ਕੀ ਆ ਕਿ ਸੁੱਚਾ ਸਿੰਘ ਨੇ ਪ੍ਰੇਮ ਦੇ ਵਿੱਚ ਆ ਕੇ ਘਰੋਂ ਲੋਈ ਲਿਆਂਦੀ ਸੀ। ਸੋ ਮਹਾਂਪੁਰਖ ਵੀ ਜਿਹੜੇ ਆ ਉਹ ਗੁਰਸਿੱਖ ਦੇ ਪ੍ਰੇਮ ਦੇ ਭੁੱਖੇ ਆ। ਸੋ ਜਿਨ੍ਹਾਂ ਨੇ ਹਿਰਦੇ ਨਾਲ ਪ੍ਰੇਮ ਕੀਤਾ, ਮਹਾਂਪੁਰਖਾਂ ਨੇ ਉਸ ਨੂੰ ਬਹੁਤ ਜ਼ਿਆਦਾ ਇੱਜ਼ਤ ਮਾਣ ਦੇ ਕੇ, ਵਡਿਆਈ ਦੇ ਕੇ ਉਹਨੂੰ ਨਿਵਾਜਿਆ ਹੈਗਾ। ਇਸ ਤਰ੍ਹਾਂ ਜਦੋਂ ਮਹਾਰਾਣੀ ਦਲੀਪ ਕੌਰ ਜਿਹੜੀ ਸੀ, ਇਹਨੇ ਬਾਬਾ ਜੀ ਦੇ ਅੱਗੇ ਅਰਜ਼ ਕੀਤੀ ਸੀ ਕਿ ਮਹਾਂਪੁਰਖੋ ਮੈਨੂੰ ਇੱਕ ਸੇਵਾ ਦਿਓ। ਉਹ ਸੇਵਾ ਕੀ ਸੀ? ਉਹ ਸੇਵਾ ਸੀ ਦਲੀਪ ਕੌਰ ਦੀ ਕਿ ਮਹਾਂਪੁਰਖੋ ਮੈਂ ਆਪ ਜੀ ਦੇ ਵਾਸਤੇ ਇੱਕ ਕੋਠੀ ਬਣਾਉਣੀ ਰਿਹਾਇਸ਼ ਵਾਸਤੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੇ ਫਿਰ ਤਾਂ ਪ੍ਰੇਮ ਦੇਖ ਕੇ ਕਹਿ ਦਿੱਤਾ ਸੀ, ਕਹਿੰਦੇ ਚੱਲ ਠੀਕ ਆ ਵੀ ਤੂੰ ਕੋਠੀ ਬਣਾ ਲਾ, ਪਰ ਉਹਦੇ ਵਿੱਚ ਇੱਕ ਤੈਨੂੰ ਨਿਯਮ ਪਾਲਣਾ ਪਊਗਾ। ਜਦ ਇੰਨੀ ਗੱਲ ਹੋਈ ਫਿਰ ਦਲੀਪ ਕੌਰ ਨੇ ਕਿਹਾ ਸੀ ਦੱਸੋ ਕੀ ਕਰਾਂ? ਅਤੇ ਬਾਬਾ ਜੀ ਨੇ ਕਿਹਾ ਸੀ ਇਹਦੇ ਵਿੱਚ ਲੋਹੇ ਦੀ ਕਿੱਲ ਨਹੀਂ ਵਰਤਣੀ ਹੈ। ਸੋ ਦਲੀਪ ਕੌਰ ਨੇ ਇਸੇ ਤਰ੍ਹਾਂ ਕੀਤੀ ਸੀ। ਜਦ ਇਹ ਕੋਠੀ ਜਿਹੜੀ ਬਣਾਈ ਸੀ, ਉਸ ਟਾਈਮ ਫਿਰ ਉਹਨੇ ਜਿਹੜੇ ਕੋਠੀ ਬਣਾਉਣ ਵਾਲੇ ਮਿਸਤਰੀ ਸੀ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਸੀਗੀ ਕਿ ਕੋਠੀ ਤੁਸੀਂ ਪ੍ਰੇਮ ਨਾਲ ਬਣਾਉਣੀ, ਕੰਮ ਪ੍ਰੇਮ ਨਾਲ ਕਰਨਾ ਹੈ, ਪੈਸੇ ਦਾ ਕੋਈ ਫਿਕਰ ਨਹੀਂ ਕਰਨਾ, ਪਰ ਇਹਦੇ ਵਿੱਚ ਲੋਹੇ ਦੀ ਕਿੱਲ ਨਹੀਂ ਵਰਤਣੀ ਹੈ। ਇਸ ਕਰਕੇ ਦਲੀਪ ਕੌਰ ਨੇ ਸਪੈਸ਼ਲ ਪਿੱਤਲ ਦੀਆਂ ਜਿਹੜੀਆਂ ਕਿੱਲਾਂ ਸੀਗੀਆਂ ਉਹਨਾਂ ਟਾਈਮਾਂ ਦੇ ਵਿੱਚ ਬਣਾਈਆਂ ਸੀਗੀਆਂ। ਉਸ ਤੋਂ ਬਾਅਦ ਜਦ ਇਹ ਕੋਠੀ ਦਾ ਆਰੰਭ ਹੋਣਾ ਸੀਗਾ ਅਤੇ ਫਿਰ ਮਹਾਂਪੁਰਖਾਂ ਨੇ ਪੰਡਿਤ ਰਾਮ ਸਿੰਘ ਸੀ, ਰਾਮ ਸਿੰਘ ਹੁਣਾਂ ਨੂੰ ਆਪਣੇ ਪਾਸ ਬੁਲਾਇਆ ਸੀ ਅਤੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਤੁਸੀਂ ਇਸ ਕੋਠੀ ਦੀ ਦੇਖਭਾਲ ਕਰਨੀ ਆ, ਆਪਣੀ ਨਿਗਰਾਨੀ ਦੇ ਵਿੱਚ ਇਹ ਸੇਵਾ ਤੁਸੀਂ ਆਪ ਕਰਾਉਣੀ ਆ। ਫਿਰ ਪੰਡਿਤ ਜੀ ਨੇ ਬਾਬਾ ਜੀ ਅੱਗੇ ਅਰਜ਼ ਕੀਤੀ ਕਿ ਮਹਾਂਪੁਰਖੋ ਮੇਰਾ ਇੱਕ ਖਿਆਲ ਹੈਗਾ। ਬਾਬਾ ਜੀ ਕਹਿਣ ਲੱਗੇ ਦੱਸੋ ਕੀ ਆ? ਅਤੇ ਫਿਰ ਰਾਮ ਸਿੰਘ ਕਹਿਣ ਲੱਗੇ ਮਹਾਂਪੁਰਖੋ ਜੇ ਤੁਸੀਂ ਕਹੋ ਤਾਂ ਮੈਂ ਇਸ ਦਾ ਮਹੂਰਤ ਖੋਲ੍ਹ ਦਿਆਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਹੱਸ ਪਏ, ਕਹਿਣ ਲੱਗੇ ਚੱਲ ਜਿਵੇਂ ਤੇਰੀ ਮਰਜ਼ੀ ਹੈ। ਸੋ ਦੇਖੋ ਅੰਤਰਜਾਮੀ ਮਹਾਂਪੁਰਖਾਂ ਨੇ ਫਿਰ ਦੇਖੋ ਜਦ ਇਹ ਜਿਹੜੀ ਸੀ ਗੱਲ ਰਾਮ ਸਿੰਘ ਨੂੰ ਕਹੀ ਆ, ਅਤੇ ਫਿਰ ਰਾਮ ਸਿੰਘ ਨੇ ਜਿਹੜਾ ਸੀਗਾ ਉਹ ਆਪਣੇ ਹਿਸਾਬ ਨਾਲ ਮਹੂਰਤ ਦੇਖ ਕੇ ਇਹਦਾ ਜਿਹੜਾ ਸੀ ਉਦਘਾਟਨ ਕਰਤਾ। ਜਦ ਕੰਮਕਾਰ ਕੀਤਾ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕਿਹਾ ਸੀ ਸਾਰੀ ਜ਼ਿੰਮੇਵਾਰੀ ਤੇਰੀ ਆ। ਉਸ ਤੋਂ ਬਾਅਦ ਪੰਡਿਤ ਰਾਮ ਸਿੰਘ ਜੀ ਨੇ ਜਿਹੜੇ ਸੀ ਬਹੁਤ ਟਾਈਮ ਐਸੇ ਸੁਚੱਜੇ ਮਿਸਤਰੀ ਲੱਭੇ ਆ ਜਿਹੜੇ ਕੰਮ ਕਰਨ ਨੂੰ ਬੜੇ ਵਧੀਆ ਤਰੀਕੇ ਨਾਲ ਕਰ ਸਕਣ, ਜਿਨ੍ਹਾਂ ਦੇ ਵਿੱਚ ਸਜਾਵਲ ਸਿੰਘ ਮਿਸਤਰੀ ਹੋਇਆ, ਨਜਾਬੇ ਖਾਮ ਹੋਇਆ ਹੈਗਾ, ਉਸ ਤੋਂ ਬਾਅਦ ਫੌਜਾ ਸਿੰਘ ਢਿੱਲੋਂ ਹੋਇਆ, ਚਤਰ ਸਿੰਘ ਭੁੱਲਰ ਹੋਇਆ। ਇਹ ਤਾਂ ਆਦਿਕ ਜਿਹੜੇ ਸੀਗੇ ਇਹ ਮਜ਼ਦੂਰ ਮਿਸਤਰੀ ਇੱਥੇ ਕੰਮਕਾਰ ਦੇ ਵਿੱਚ ਲਾਏ ਆ। ਜਦੋਂ ਸਾਰੇ ਕੰਮਕਾਰ ਦੇ ਵਿੱਚ ਲੱਗੇ ਆ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਜਦ ਇਹ ਮਕਾਨ ਆਰੰਭ ਹੋਣ ਲੱਗਾ ਸੀਗਾ, ਸਾਰੇ ਜਿਹੜੇ ਮਿਸਤਰੀ ਮਜ਼ਦੂਰ ਸੀ ਆਪਣੇ ਪਾਸ ਸੱਦ ਕੇ ਕਹਿਣ ਲੱਗੇ ਕਿ ਜਦੋਂ ਵੀ ਕੰਮ ਕਰਨਾ ਹੈ ਨਾ ਇੱਕ ਨਿਯਮ ਤੁਹਾਨੂੰ ਇੱਥੇ ਜ਼ਰੂਰ ਲੈਣਾ ਪਊਗਾ। ਸੋ ਮਿਸਤਰੀ ਅਤੇ ਮਜ਼ਦੂਰ ਕਹਿਣ ਲੱਗੇ ਕਿ ਮਹਾਂਪੁਰਖ ਦੱਸੋ ਸਾਨੂੰ ਕੀ ਨਿਯਮ ਲੈਣਾ ਪਊਗਾ? ਫਿਰ ਬਾਬਾ ਜੀ ਨੇ ਆਖਿਆ ਸੀਗਾ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਇੱਥੇ ਪਰੇਡ ਕਰਨੀ ਪਊਗੀ। ਜਦ ਇੰਨੀ ਗੱਲ ਹੋਈ ਉਹ ਸਾਰੇ ਮਿਸਤਰੀਆਂ ਨੇ ਤਾਂ 7 ਵਜੇ ਆਖਿਆ ਹੈ। ਉਸ ਤੋਂ ਬਾਅਦ ਜਦੋਂ ਸਵੇਰੇ ਮਿਸਤਰੀ ਆਉਂਦੇ ਸੀਗੇ ਪਹਿਲਾਂ ਪਰੇਡ ਕਰਦੇ ਸੀ, ਪਰੇਡ ਤੋਂ ਕਰਨ ਤੋਂ ਬਾਅਦ ਫਿਰ ਕੰਮ ਕਾਰ ਜਿਹੜਾ ਸੀ ਸ਼ੁਰੂ ਕਰਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਸਮਾਨ ਸੀ ਪਟਿਆਲਿਓਂ ਆਇਆ ਅਤੇ ਇੱਥੇ ਹੀ ਭੱਠੀਆਂ ਜਿਹੜੀਆਂ ਸੀ ਕੁਛ ਬਣਾਈਆਂ ਗਈਆਂ, ਜਿਹਦੇ ਵਿੱਚ ਜਿਹੜੇ ਰੋੜੇ ਸੀ ਉਹਨਾਂ ਨੂੰ ਅਗਨੀ ਦੇ ਕੇ ਤਿਆਰ ਕਰਨਾ ਸੀਗਾ। ਸੋ ਆਲੇ ਦੁਆਲੇ ਜਿਹੜੀ ਸੰਗਤ ਸੀ ਉਹਨਾਂ ਨੇ ਬਾਲਣ ਪੇਸ਼ ਕੀਤਾ। ਜਦ ਬਾਲਣ ਦੀ ਸੇਵਾ ਕੀਤੀ ਅਤੇ ਇੱਕ ਵਾਰ ਇੱਕ ਮੁੰਡ ਸੀਗਾ, ਬਾਕੀ ਬਾਲਣ ਤਾਂ ਜਲੇ ਪਰ ਮੁੰਡ ਨਾ ਜਲੇ। ਜਦ ਮੁੰਡ ਨਾ ਜਲੇ ਅਤੇ ਇੱਕ ਮਜ਼ਦੂਰ ਨੇ ਆ ਕੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਮਹਾਂਪੁਰਖ ਇੱਕ ਮੁੰਡ ਹੈਗਾ, ਬਾਕੀ ਸਾਰਿਆਂ ਨੂੰ ਬਾਲਣ ਨੂੰ ਅੱਗ ਲੱਗ ਜਾਂਦੀ ਆ, ਪਰ ਮੁੰਡ ਜਿਹੜਾ ਜਿਉਂਦਾ ਤਿਉਂ ਹੈ, ਮੁੰਡ ਸੁੱਕਾ ਪਰ ਉਹਨੂੰ ਅੱਗ ਨਹੀਂ ਲੱਗਦੀ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਮਾਹਰਨਾਮ ਸੁਣੀ ਉਸ ਮੁੰਡੇ ਦੇ ਕੋਲ ਆਏ, ਆ ਕੇ ਉਸ ਮਿਸਤਰੀ ਨੂੰ ਕਹਿਣ ਲੱਗੇ, ਕਹਿੰਦੇ ਚੱਲ ਇਸ ਤਰ੍ਹਾਂ ਕਰ, ਇਸ ਮੁੰਡੇ ਦੇ ਉੱਤੇ ਜ਼ੋਰ ਦੇਣੀ ਕੁਹਾੜਾ ਮਾਰ। ਜਦ ਉਹਨੇ ਜਿਹੜਾ ਸੀਗਾ ਮੁੰਡੇ ਦੇ ਉੱਤੇ ਜ਼ੋਰ ਦੇਣੀ ਕੁਹਾੜਾ ਮਾਰਿਆ, ਕੁਹਾੜੇ ਦੇ ਖੜਕੇ ਦੇ ਨਾਲ ਹੀ ਮੁੰਡ ਜਿਹੜਾ ਸੀ ਉਹ ਵਿਚਕਾਰਿਓਂ ਪਟਿਆ। ਜਦ ਪਟਿਆ ਕੀ ਦੇਖਿਆ ਕਿ ਵੱਡਾ ਸਾਰਾ ਚੂਹਾ ਉਸ ਮੁੰਡੇ ਦੇ ਵਿੱਚੋਂ ਨਿਕਲ ਕੇ ਜਿਹੜਾ ਸੀ ਉਹ ਬਾਹਰ ਭੱਜਾ। ਜਦ ਬਾਹਰ ਭੱਜਾ ਸਾਰਿਆਂ ਦੀ ਨਜ਼ਰ ਚੂਹੇ ਵੱਲ ਪਈ ਅਤੇ ਫਿਰ ਬਾਬਾ ਜੀ ਮੁਸਕਰਾਉਣ ਲੱਗ ਪਏ। ਸਾਰੇ ਕਹਿਣ ਕਿ ਬਾਬਾ ਜੀ ਕੀ ਗੱਲ ਹੋਈ? ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਦੇਖੋ ਹੁਣ ਤੁਹਾਨੂੰ ਪਤਾ ਲੱਗਾ ਵੀ ਇਹ ਮੁੰਡ ਕਾਹਤੇ ਨਹੀਂ ਸੀ ਸੜਦਾ, ਉਹ ਨਿਰੰਕਾਰ ਆਪਣੀ ਜੀਭ ਦੀ ਵੀ ਰੱਖਿਆ ਕਰਦਾ ਹੈ। ਪਰ ਉਹ ਤੋਂ ਬਾਅਦ ਫਿਰ ਸਾਰਿਆਂ ਨੂੰ ਪੁੱਛਿਆ ਬਾਬਾ ਜੀ ਵੀ ਇਹ ਜਿਹੜਾ ਚੂਹਾ ਸੀਗਾ ਜੇ ਤੇ ਅੱਗ ਨਹੀਂ ਸੀ ਲੱਗਦੀ ਇਹ ਕੌਣ ਸੀਗਾ? ਅਤੇ ਫਿਰ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਹੋਣਾ ਕੀ ਆ, ਉਹ ਤਾਂ ਆਪ ਹੀ ਰੱਬ ਸੀਗਾ। ਸੋ ਇਹ ਜਿਹੜੇ ਸੀਗੇ ਕੌਤਕ ਆਮ ਤੌਰ 'ਤੇ ਜਿਹੜੇ ਸੀ ਉਹ ਸੰਗਤਾਂ ਦੇਖਦੀਆਂ ਰਹਿੰਦੀਆਂ ਸੀ। ਇੱਕ ਵਾਰ ਦੱਸਦੇ ਆ ਕਿ ਇੱਕ ਭਾਨ ਸਿੰਘ ਸੀ ਧਨੌਲੇ ਪਿੰਡ ਦਾ। ਇਹ ਜਿਹੜਾ ਧਨੌਲੇ ਪਿੰਡ ਦਾ ਭਾਨ ਸਿੰਘ ਸੀ ਇਹ ਇੱਕ ਪੀਰ ਦੀ ਸੇਵਾ ਕਰਦਾ ਹੁੰਦਾ ਸੀ ਜਿਹਦਾ ਨਾਂ ਸੀ ਨੂਰਦੀਨ। ਜਦ ਕਾਫੀ ਸਾਲਾਂ ਤੋਂ ਉਹਦੀ ਸੇਵਾ ਕਰਦਾ ਹੁੰਦਾ ਸੀ, ਇੱਕ ਦਿਨ ਨੂਰਦੀਨ ਨੇ ਖੁਸ਼ ਹੋ ਕੇ ਭਾਨ ਸਿੰਘ ਨੂੰ ਇਹ ਕਹਿ ਤਾ ਕਿ ਅਗਰ ਤੈਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਦੱਸ, ਜੋ ਤੂੰ ਚਾਹੂੰਗਾ ਮੈਂ ਤੈਨੂੰ ਦਊਂਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਨ ਸਿੰਘ ਕਹਿਣ ਲੱਗਾ, ਕਹਿੰਦਾ ਬਈ ਜੇ ਤੂੰ ਅੱਜ ਬਹੁਤ ਖੁਸ਼ ਹੋਂ ਤਾਂ ਫਿਰ ਭਾਈ ਮੈਂ ਤੇਰੇ ਤੋਂ ਇੱਕ ਚੀਜ਼ ਮੰਗਦਾ ਹੈਗਾ ਅਤੇ ਉਹ ਮੈਨੂੰ ਚੀਜ਼ ਜ਼ਰੂਰ ਚਾਹੀਦੀ ਹੈ। ਫਿਰ ਨੂਰਦੀਨ ਕਹਿਣ ਲੱਗਾ ਕਿ ਤੂੰ ਬੇਖੌਫ ਹੋ ਕੇ ਦੱਸ ਵੀ ਤੈਨੂੰ ਕੀ ਚਾਹੀਦਾ ਹੈਗਾ। ਫਿਰ ਭਾਨ ਸਿੰਘ ਨੇ ਜਿਹੜੀ ਸੀ ਨੂਰਦੀਨ ਨੂੰ ਇਹ ਦੱਸਿਆ ਸੀਗਾ ਕਿ ਮੈਨੂੰ ਉਹ ਪੱਛਰਾਂ ਦੀ ਸਿੱਧੀ ਚਾਹੀਦੀ ਆ। ਜਦ ਉਹਨੇ ਪੱਛਰਾਂ ਦੀ ਸਿੱਧੀ ਮੰਗੀ ਤਾਂ ਫਿਰ ਜਿਹੜਾ ਨੂਰਦੀਨ ਸੀਗਾ ਇਹ ਸੁਣ ਕੇ ਚੁੱਪ ਕਰ ਗਿਆ
तो फिर भान सिंह ने कहन लगा कि दसो हुण की होया। फिर नूरदीन कहन लगा कि ये सिद्धि तो मेरे पास भी नहीं आ, पर हाँ मैं तेरे ते खुश हाँ, मेरा गुरु एक कुतुबुद्दीन आ, उस दे पासे सिद्धि है, मैं तेनों उहदे कोल लै जाना। देखो जिहड़ा नूरदीन सीगा वो सरदार भान सिंह हुणां नूं अपने गुरु कुतुबुद्दीन दे पास लै गया। उत्थे जाके उन्हें है ना सारी गलबात कुतुबुद्दीन नूं दसी। जद कुतुबुद्दीन नूं दसी तो फिर कुतुबुद्दीन कहन लगा भी ठीक आ, मैं तेनों एक कलाम दिंदा हैगा, ये कलाम तेनों 40 दिन करनी पऊगी, तो ये कलाम तेनों तकड़े होकर करनी पऊगी, क्योंकि सिद्धि तो है बड़ी मुश्किल सिद्धि है, तेनों प्राप्त हो जूगी। तो अगर तू ये शिला 40 दिन का बड़ा तगड़ा होकर करूँगा तो फिर तू सुलेमान पीर के बराबर का रुतबा हासिल भी कर सकता है। जब इन्नी गल हुई फिर भान सिंह खुश हो गया। फिर कुतुबुद्दीन ने जी कलाम भान सिंह ने दी सी, भान सिंह ने वह कलाम जी 40 दिन बड़ी मेहनत के नाल कीती सी। जब मेहनत के नाल कीती फिर उन्होंने ये पच्छरां की सिद्धि प्राप्त हो गई। जब पच्छरां की सिद्धि प्राप्त हो गई, पर ये जिहड़ा भान सिंह सी इहदा मन पहलां भी विकारां दे विच भरिया होया सी, पर हुण सिद्धि होण करके अंदर माण ते हंकार हो गया, विकार अगे नालों भी वध गए। जद अगे नालों भी वधे विकार तो फिर जिहड़ा सी भान सिंह मन विच सोचे कि ये जिहड़े विकार काम दीयां जिहड़े वासनावां मेरे अंदर थोड़ियां सीगियां हुण तां हड़ दी तरह प्रबल हो गईयां, हुण इहदा छुटकारा किवें हो सकदा हैगा। उस तो बाद फिर इन्हें किसी नाल गल कीती, फिर इहनूं पता लगा कि भुच्चों है ना बाबा माहर नाम सुणी आ टिल्ले दे उत्ते रहिंदे आ, उन्हां दे पास बेनती कर। जद ये भान सिंह अपने एक होर प्रेमी सेवादार दे नाल टिल्ले नूं आउण दी इन्हें सलाह कीती, उधरों तार है ना बाबा माहर नाम सुणा दे अंदर खड़क गई। जद खड़ गई तो बाबा माहर नाम सुणा ने अपने जिहड़े सेवादार सीगे भाई नीला सिंह उन्होंने अपने पास बुलाया तो कहन लगे कि 2 आदमी जिहड़े टिल्ले वल्लों आ रहे आ, तो तैं इन्होंने टिल्ले दे उपर नहीं जाण देना है, चाहे जो मर्जी करन। इस करके एक तगड़ी डांग जिहड़ी सीगी वो अपने सेवादार नीला सिंह दे हत्थ फड़ाती। उस तो बाद फिर महापुरख जिहड़े सी आप अपनी कुटिया 'च चल गए, अंदरों दरवाज़ा बंद कर लिया। इधरों ये 2 जाने जब टिल्ले वालों आए तो इन्हों ने आके फिर नीला सिंह ने कहा कि असीं महापुरखों के दर्शन करने आ। इन्नी गल हुई तो फिर नीला सिंह ने महापुरखों का हुक्म उन्होंने सुनाता कि बाबा जी ने कहा असीं तुहानूं दर्शन नहीं देने। जब ये गल हुई पहले दिन तो चुप करके मुड़ गए, दूसरे दिन फिर आ गए। जब फिर इन्होंने आके दर्शन की मांग की तो फिर नीला सिंह ने रोक दिता। जब रोक दिता ये फिर वापस मुड़ गए, पर ये दोनों जने रोज़ रोज़ आउण लग पे। जब ये रोज़ रोज़ आउण लगे उस तो बाद जब नीला सिंह नूं ना कर दिया करे तो एक दिन फिर इन्हां दोनों सलाह की कि आपां अज जाना नहीं, अज असीं है ना महापुरखों के दर्शन किए बगैर ही जाना। इस करके दोनों जिहड़े सीगे उत्थे टिल्ले दे थल्ले बैठ गए। जब थल्ले बैठ के इधरों बाबा जी ने उच्ची अपना कुटिया दे विचों आवाज़ देती, कहंदे भाई भी ढाडा चोर ते चोरी कराउण वाला ढाडा आदमी वो भी आ रहे आ, वो भी ढाडे सामने हाज़र हो जाणगे। जब ये आवाज़ बाबा जी ने उच्ची दित्ती, ये जिहड़े दोनों जने सीगे आवाज़ सुण के जिहड़े सी वो डर गए। पर हुण इन्होंने कह दिता सका कि असीं दर्शन करन तो बगैर नहीं जाना, इस करके ये जिद दे करके उत्थे बैठे रहे। उस तो बाद फिर 3 पीर है ना महापुरखों के दर्शन करने वास्ते उस टिल्ले ते आ गए। जब टिल्ले ते आए तो उन्होंने आके फिर नीला सिंह नूं बेनती की कि असीं महापुरखों के दर्शन करने आ। तो बाबा जी ने फिर अंदरों आवाज़ देती भी इन्होंने उपर भेज दे। वो 3 पीर जिहड़े सी मुसलमान वो उपर महापुरखों के पास चल गए। इन्होंने जाके बाबा जी के चरणों के विच सलाम दुआ की तो ये बैठे। जब बैठे तो महापुरखों ने इन्हां 3 पीरां नूं ये आख्या, कहंदे भाई ये सानूं ये दसो भी तुसीं घर बार भी छड्डिया, परिवार भी छड्डिया, सारा जिहड़े गृहस्थी दे सुख छड्डे, पर तुसीं अजे भी बाहर जिहड़ा घाटे वाला काम नहीं छड्डिया हैगा, लोकां नूं मूर्ख बना के लुੱਟਣਾ शुरू कर दिता है। जब महापुरखों ने इस तरह इन्हां 3 नूं जिहड़ी सी ताड़ना देती है, 3 चुप कर गए। उस तो बाद फिर महापुरखों ने जिहड़ा नूरदीन 3 दे विचों सीगा उहनूं मुखावत करके आख्या, कहंदे भाई देख तैं साडे एक सिख नूं कलामा सिखा के जिउंदा भूत बना दिता हैगा। ਉਹਦੇ अंदरों तो वासना खत्म करनी सी, ਉਹਦੇ अंदर तो वासना तो होर ਵਧਾਤੀ ਆ। जब इस तरह के जिहड़े बचन सीगे महापुरखों ने कीते, पर जिहड़ा नूरदीन सीगा ये चुप करके सुणदा रहा। जिहड़े 2 जने सीगे उन्हें तो मत्था टेकिया बाबा जी नूं, कहण लगे कि ठीक है सानूं माफ़ कर दो, साडे तो भुल हो गई आ। पर जिहड़ा नूरदीन सीगा इहनूं समझाउण दे बावजूद भी ये नहीं समझिया। जब ये नहीं समझा तो फिर बाबा जी ने नूरदीन नूं आख दिता, कहंदे लै अज तो बाद तू जिन्नियां मर्जी कलामां पढ़ ली, जो मर्जी कर ली, तेरी कोई भी कलाम चलूगी नहीं, तेरी सारी जिहड़ी ताकत हैगी आ वो अज तो बाद खत्म है। जब बाबा जी ने इसनूं इस तरह जिहड़ा वचन बोल दिता, बस उस तो बाद जिहड़ा नूरदीन सीगा ये अंदरों पूरी तरह खाली हो गया। इस करके ये अंदरों गुस्से दे विच हुंदा होया इस तरह चुप चपीते टिल्ले तो बाहर चले गया। वो 3 पीर भी चल गए।
ਜਦ ਸਾਰੇ ਚਲੇ ਗਏ, ਉਸ ਤੋਂ ਬਾਅਦ ਜਿਹੜਾ ਸਿੱਖ ਸੀਗਾ ਭਾਨ ਸਿੰਘ, ਉਹ ਬਾਬਾ ਜੀ ਦੇ ਪਾਸ ਬੈਠਾ ਰਿਹਾ। ਜਦ ਬੈਠਾ ਰਿਹਾ ਤੇ ਬਾਬਾ ਜੀ ਨੇ ਫਿਰ ਭਾਨ ਸਿੰਘ ਨੂੰ ਆਖਿਆ, ਕਹਿੰਦੇ ਕਿਉਂ ਭਾਈ, ਤੈਂ ਅਪਸ਼ਰਾਂ ਦੀ ਸਿੱਧੀ ਪ੍ਰਾਪਤ ਕਰਕੇ ਦੱਸ ਕੀ ਸੁੱਖ ਪ੍ਰਾਪਤ ਕੀਤਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਜਿਹੜਾ ਭਾਨ ਸਿੰਘ ਸੀ ਉਹ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਲੱਗ ਕੇ ਰੋਣ ਲੱਗ ਪਿਆ, ਕਹਿਣ ਲੱਗਾ ਕਿ ਮਹਾਂਪੁਰਖੋ, ਕਿ ਮੈਨੂੰ ਨਹੀਂ ਸੀ ਪਤਾ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਦਮੀ ਦਾ ਜੀਵਨ ਬਰਬਾਦ ਕਰ ਦਿੰਦੀਆਂ, ਉਸ ਨੂੰ ਨਰਕ ਵੱਲ ਲੈ ਜਾਂਦੀਆਂ ਹੈ। ਇਸ ਕਰਕੇ ਫਿਰ ਭਾਨ ਸਿੰਘ ਨੇ ਜਿਸ ਮਹਾਂਪੁਰਖਾਂ ਤੋਂ ਮਾफ़ੀ ਮੰਗੀ ਅਤੇ ਇੱਥੋਂ ਕਹਿਤਾ ਕਿ ਮਹਾਂਪੁਰਖੋ, ਅੱਜ ਤੋਂ ਬਾਅਦ ਮੈਂ ਸਭ ਕੁਝ ਛੱਡ ਦਿੱਤਾ, ਤੁਸੀਂ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ। ਜਦ ਇਹਨੇ ਬਹੁਤ ਅਧੀਨਗੀ ਦੇ ਨਾਲ ਬੇਨਤੀਆਂ ਕੀਤੀਆਂ ਸੀ, ਫਿਰ ਬਾਬਾ ਜੀ ਨੂੰ ਆਖਿਆ ਸੀ, ਕਹਿੰਦੇ ਚੱਲ ਠੀਕ ਆ, ਅੱਜ ਤੋਂ ਬਾਅਦ ਤੂੰ ਇੱਥੇ ਟਿੱਲੇ ਦੇ ਉੱਤੇ ਸੇਵਾ ਕਰ ਬਾਕੀ ਸੰਗਤ ਦੇ ਨਾਲ। ਉਸ ਤੋਂ ਬਾਅਦ ਜਦ ਫਿਰ ਭਾਨ ਸਿੰਘ ਨੇ ਸੇਵਾ ਕਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਮਹਾਂਪੁਰਖਾਂ ਨੇ ਇਹਨੂੰ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਸੀਗਾ ਉਹ ਸਰਵਣ ਕਰਾਇਆ, ਅਤੇ ਨਾਲ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਸੀਗਾ ਉਹ ਵੀ ਇਸ ਨੂੰ ਪੂਰੀ ਤਰ੍ਹਾਂ ਜਦ ਸਿਖਾਲਿਆ ਸੀਗਾ। ਜਦ ਦੋਨੇ ਪਾਠ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਭਾਨ ਸਿੰਘ ਨੂੰ ਚੰਗੀ ਤਰ੍ਹਾਂ ਦ੍ਰਿੜ ਹੋ ਗਿਆ ਸੀ, ਉਸ ਤੋਂ ਬਾਅਦ ਫਿਰ ਮਹਾਂਪੁਰਖ ਜਿਹੜੇ ਸੀਗੇ ਇਸ ਤੋਂ ਫਿਰ ਜਪਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ਾਨਾ ਸੁਣਦੇ ਹੁੰਦੇ ਸੀ। ਇਸ ਤਰ੍ਹਾਂ ਭਾਨ ਸਿੰਘ ਦੀ ਜਿਹੜੀ ਜ਼ਿੰਦਗੀ ਸੀਗੀ ਮੁੜ ਕੇ ਫਿਰ ਰਾਖਸ਼ ਤੋਂ ਦੇਹ ਬਿਰਤੀ ਵਾਲੀ ਹੋ ਗਈ ਸੀ। ਤੇ ਫਿਰ ਭਾਨ ਸਿੰਘ ਹੁਣਾਂ ਨੇ ਮਹਾਂਪੁਰਖਾਂ ਦੀ ਸੰਗਤ ਕਰਕੇ ਆਪਣਾ ਲੋਕ ਤੇ ਪ੍ਰਲੋਕ ਦੋਨੇ ਸਵਾਰੇ ਸੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।